ਨੈਕਸਟ ਹੈ ਪਲਾਸਟਿਕ ਐਜ਼ ਮਟੀਰੀਅਲ ਆਫ ਦਾ ਚੋਇਸ। ਪਲਾਸਟਿਕ ਕੰਟੇਨਰ ਕਿਉਂ ਅਸੀਂ ਅੱਜ ਕੱਲ੍ਹ ਇਸਤੇਮਾਲ ਕਰਦੇ ਹਾਂ ਘਰਾਂ ਦੇ ਵਿੱਚ, ਕਿਉਂਕਿ ਇਹ ਬਹੁਤ ਕਨਵੀਨੀਅੰਟ ਨੇ, ਲਾਈਟ ਵੇਟ ਨੇ, ਲੋਅਰ ਪ੍ਰਾਈਸ ਹੈ, ਗੁੱਡ ਸਟਰੈਂਥ ਹੈ ਔਰ ਈਜ਼ੀ ਹੈਂਡਲਿੰਗ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਇਸਤੇਮਾਲ ਕਰਦੇ ਹਾਂ। ਔਰ ਇਸ ਤੋਂ ਇਲਾਵਾ ਅਸੀਂ ਇਹਨੂੰ ਪਾਣੀ ਦੀਆਂ ਬੋਟਲਸ, ਪਿਕਲਸ ਔਰ ਡਰਾਈ ਫਰੂਟ ਇਹ ਜਿਹੜੇ ਹੈ, ਕਿਉਂਕਿ ਪਿਕਲ ਜਿਹੜੇ ਹੈ ਉਹ ਪਲਾਸਟਿਕ ਦੇ ਨਾਲ ਦੇ ਵਿੱਚ ਪਲਾਸਟਿਕ ਵਿੱਚ ਨਹੀਂ ਖਰਾਬ ਹੁੰਦੇ, ਇਸ ਕਰਕੇ ਇਹਨਾਂ ਦਾ ਇਸਤੇਮਾਲ ਕਰਦੇ ਹਾਂ। ਇਸ ਤੋਂ ਇਲਾਵਾ ਕਾਰਡ ਦੇ ਵਿੱਚ, ਏਅਰਕ੍ਰਾਫਟ ਦੇ ਵਿੱਚ, ਈਵਨ ਸਪੇਸ ਕ੍ਰਾਫਟ ਦੇ ਵਿੱਚ ਵੀ ਇਹਦਾ ਅਸੀਂ ਇਸਤੇਮਾਲ ਕਰਦੇ ਹਾਂ। ਸਲਿੱਪਰ ਦੇ ਵਿੱਚ, ਫਰਨੀਚਰ ਦੇ ਵਿੱਚ, ਹੋਰ ਡੈਕੋਰੇਸ਼ਨ ਪੀਸਿਸ ਦੇ ਵਿੱਚ। ਪਲਾਸਟਿਕ ਬੱਚੋ ਨॉन ਰਿਐਕਟਿਵ ਹੈ, ਇਹ ਕਿਰਿਆ ਨਹੀਂ ਕਰਦਾ, ਜਿਵੇਂ ਪਾਣੀ ਔਰ ਹਵਾ ਦੇ ਨਾਲ ਇਹ ਰਿਐਕਟ ਨਹੀਂ ਕਰਦਾ, ਇਸ ਕਰਕੇ ਇਹਨੂੰ ਜੰਗਾਲ ਨਹੀਂ ਲੱਗਦਾ। ਇਸ ਕਰਕੇ ਕਾਫੀ ਜਗ੍ਹਾ ਦੇ ਵਿੱਚ ਅਸੀਂ ਇਹਦਾ ਇਸਤੇਮਾਲ ਕਰਦੇ ਹਾਂ। ਪਲਾਸਟਿਕ ਲਾਈਟ ਹੈ, ਸਟਰੋਂਗ ਹੈ ਔਰ ਡਿਊਰੇਬਲ ਹੈ, ਔਰ डिफरेंट शेप ਦੇ ਵਿੱਚ ਮੋਲਡ ਹੋ ਜਾਂਦਾ ਹੈ ਔਰ ਇਹ ਮੈਟਲਸ ਦੇ ਨਾਲੋਂ ਸਾਨੂੰ ਸਸਤਾ ਪੈਂਦਾ ਹੈ। ਇਸ ਕਰਕੇ ਅਸੀਂ ਜਿਹੜਾ ਪਲਾਸਟਿਕ ਦਾ ਇਸਤੇਮਾਲ ਜ਼ਿਆਦਾ ਹੋਣ ਲੱਗ ਪਿਆ। ਪਲਾਸਟਿਕ ਜਿਹੜੇ ਨੇ ਪੂਅਰ ਕੰਡਕਟਰਸ ਨੇ, ਇਹਨਾਂ ਦੇ ਵਿੱਚ ਕਰੰਟ ਜਿਹੜਾ ਨਹੀਂ ਲੰਘਦਾ, ਇਸ ਕਰਕੇ ਅਸੀਂ ਪਲਾਸਟਿਕ ਦੇ ਸਵਿਚ ਔਰ ਹੈਂਡਲ, ਈਵਨ ਸਕਰੂ ਡਰਾਈਵਰਸ ਵੀ ਜਿਹੜੇ ਆ ਉਹਦੇ ਨਾਲ ਇਸਤੇਮਾਲ ਕਰਦੇ ਹਾਂ। ਪਲਾਸਟਿਕ ਦਾ ਇਸਤੇਮਾਲ ਬੱਚੋ ਈਵਨ ਹੈਲਥ ਕੇਅਰ ਇੰਡਸਟਰੀ ਦੇ ਵਿੱਚ ਵੀ ਹੁੰਦਾ ਹੈ। ਜਿਵੇਂ ਤੁਸੀਂ ਦੇਖਦੇ ਹੋ ਸਰਿੰਜ ਹੈ, ਇੰਜੈਕਸ਼ਨ ਲਗਾਉਂਦੇ ਆ ਤਾਂ ਉਹ ਪਲਾਸਟਿਕ ਦੇ, ਜਾਂ ਗਲਵਸ ਦਾ ਇਸਤੇਮਾਲ ਹੈ। ਪੈਕਿੰਗ ਜਿਹੜੀਆਂ ਟੈਬਲੇਟਸ ਦੀਆਂ ਥ੍ਰੈਡਸ ਜਿਹੜੇ ਆ ਇਸਤੇਮਾਲ ਹੁੰਦੇ ਨੇ। ਈਵਨ ਪਲਾਸਟਿਕ ਕੁੱਕਵੇਅਰ ਜਿਹੜੇ ਮਾਈਕ੍ਰੋਵੇਵ ਦੇ ਵਿੱਚ ਆਪਾਂ ਯੂਟੈਂਸਿਲਸ ਰੱਖਦੇ ਹਾਂ, ਬਰਤਨ ਰੱਖਦੇ ਹਾਂ, ਉਹ ਵੀ ਕਿਹਦੇ ਬਣੇ ਹੁੰਦੇ ਨੇ? ਪਲਾਸਟਿਕ ਦੇ। ਨੈਕਸਟ ਆ ਗਿਆ ਟੈਫਲੂਨ। ਟੈਫਲੂਨ ਇੱਕ ਸਪੈਸ਼ਲ ਪਲਾਸਟਿਕ ਹੈ ਜਿਹਦੇ ਤੇ ਆਇਲ ਤੇ ਵਾਟਰ ਸਟਿਕ ਨਹੀਂ ਕਰਦਾ, ਆਇਲ ਤੇ ਵਾਟਰ ਰਹਿੰਦਾ ਨਹੀਂ ਹੈ, ਇਸ ਕਰਕੇ ਇਹਨੂੰ ਆਪਾਂ ਨੌਨ ਸਟਿਕ ਕੁੱਕਵੇਅਰ ਦੇ ਵਿੱਚ ਇਸਤੇਮਾਲ ਕਰਦੇ ਹਾਂ। ਫਿਰ ਹੈ ਨੈਕਸਟ ਫਾਇਰ ਪ੍ਰੂਫ ਪਲਾਸਟਿਕ। ਸਿੰਥੈਟਿਕ ਫਾਈਬਰਸ ਵੈਸੇ ਤਾਂ ਫਾਇਰ ਨੂੰ ਕੈਚ ਕਰ ਲੈਂਦੇ ਨੇ, ਪਰ ਕੁਝ ਇਹੋ ਜਿਹੇ ਸਪੈਸ਼ਲ ਟਾਈਪ ਦੀ ਜਾਂ ਮੈਲਾਮਾਈਨ ਪਲਾਸਟਿਕ ਹੈ, ਉਹਨਾਂ ਨੂੰ ਆਪਾਂ ਫਲੇਮ ਰੈਜ਼ਿਸਟੈਂਸ ਦੇ ਵਿੱਚ, ਜਿਹੜੀ ਕਿ ਅੱਗ ਨਹੀਂ ਪਕੜਦੀ, ਉਹਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ। ਬਾਇਓਡੀਗ੍ਰੇਡੇਬਲ ਕੀ ਹੁੰਦਾ? ਉਹ ਮਟੀਰੀਅਲ ਜਿਹੜਾ ਕਿ ਨੈਚੁਰਲ ਪ੍ਰੋਸੈਸ ਦੇ ਨਾਲ ਡਿਕੰਪੋਜ਼ ਹੋ ਜਾਂਦਾ ਹੈ, ਉਹਨਾਂ ਦੇ ਬੈਕਟੀਰੀਆ ਦੇ ਨਾਲ ਖਤਮ ਹੋ ਜਾਂਦਾ ਹੈ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਬਾਇਓਡੀਗ੍ਰੇਡੇਬਲ। ਔਰ ਨॉन ਬਾਇਓਡੀਗ੍ਰੇਡੇਬਲ ਜਿਹੜਾ ਕਿ ਨੈਚੁਰਲ ਪ੍ਰੋਸੈਸ ਦੇ ਨਾਲ ਨਹੀਂ ਖਤਮ ਹੁੰਦੇ, ਐਜ਼ ਇਟ ਇਜ਼ ਹੀ ਰਹਿੰਦੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਨॉन ਬਾਇਓਡੀਗ੍ਰੇਡੇਬਲ। ਜਿਸ ਤਰ੍ਹਾਂ ਕਿ ਅਗਰ ਸਬਜ਼ੀਆਂ ਦੇ ਅਸੀਂ ਛਿਲਕੇ ਜਾਂ ਫਰੂਟਸ ਦੇ ਆਪਾਂ ਛਿਲਕੇ ਲਈਏ ਤਾਂ ਉਹ ਅਸੀਂ ਅਗਰ ਰੱਖ ਦਈਏ ਉਹਨੂੰ ਮਿੱਟੀ ਤੇ, ਇੱਕ ਤਾਂ 2 ਹਫ਼ਤੇ ਤੋਂ ਬਾਅਦ ਜਿਹੜੇ ਉਹ ਖਤਮ ਹੋ ਜਾਂਦੇ ਨੇ। ਤੇ ਕੁਝ ਇਹੋ ਜਿਹੀਆਂ ਚੀਜ਼ਾਂ ਜਿਵੇਂ ਪਲਾਸਟਿਕ ਸਾਲਾਂ ਬੱਧੀ ਰਹਿੰਦੇ ਨੇ, ਉਹ ਖਤਮ ਨਹੀਂ ਹੁੰਦੇ। ਟਾਈਪ ਆਫ ਵੇਸਟ ਹੈ, ਜਿਸ ਤਰ੍ਹਾਂ ਦੱਸਿਆ ਫਰੂਟਸ 1 to 2 weeks 'ਚ ਖਤਮ ਹੋ ਜਾਂਦੇ ਨੇ, ਪੇਪਰ ਵੀ ਖਤਮ ਹੋ ਜਾਂਦਾ ਹੈ, ਕਾਟਨ ਕਲੋਥ ਨੂੰ 2 ਤੋਂ 5 ਮਹੀਨੇ ਲੱਗਦੇ ਨੇ, ਵੁੱਡ ਨੂੰ 10 ਤੋਂ 15 ਸਾਲ, ਵੂਲਨ ਕਲੋਥ ਨੂੰ ਸਾਲ ਲੱਗ ਜਾਂਦਾ ਹੈ। ਐਸੇ ਤਰੀਕੇ ਦੇ ਨਾਲ ਕੁਝ ਜਿਹੜੀਆਂ ਮੈਟਲਸ ਆ ਜਿਵੇਂ ਟਿਨ, ਐਲੂਮੀਨੀਅਮ, ਇਹਨਾਂ ਨੂੰ 100 to 500 years ਲੱਗਦੇ ਨੇ। ਇਹ ਕਿਹੜੀ ਕੈਟਾਗਰੀ 'ਚ ਆ ਜਾਂਦੇ ਨੇ? ਨॉन ਬਾਇਓਡੀਗ੍ਰੇਡੇਬਲ। ਤੇ ਪਲਾਸਟਿਕ ਬੈਗਸ ਜਿਹੜੇ ਨੇ ਸੈਵਰਲ ਈਅਰਸ, ਬਹੁਤ ਸਾਲ ਲੱਗਦੇ ਨੇ, ਔਰ ਇਹ ਜਿਹੜੇ ਹੈ ਕਿਹੜੀ ਕੈਟਾਗਰੀ 'ਚ ਆਉਂਦੇ ਨੇ? ਨॉन ਬਾਇਓਡੀਗ੍ਰੇਡੇਬਲ। ਸੋ ਸਾਨੂੰ ਆਪਣੇ ਇਨਵਾਇਰਨਮੈਂਟ ਨੂੰ ਫਰੈਂਡਲੀ ਬਣਾਉਣ ਵਾਸਤੇ ਘੱਟ ਤੋਂ ਘੱਟ ਪਲਾਸਟਿਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ, ਕਿਉਂਕਿ ਇਹ ਬਹੁਤ ਸਾਰੀਆਂ, ਜਦੋਂ ਜਲਦਾ ਹੈ ਤਾਂ ਬਹੁਤ ਸਾਰੀਆਂ ਗੰਦੀਆਂ ਗੈਸਾਂ ਜਾਂ ਜ਼ਹਿਰੀਲੀਆਂ ਗੈਸਾਂ ਦਿੰਦੇ ਆ, ਜਿਹਦੇ ਨਾਲ ਕੀ ਹੁੰਦਾ ਹੈ? ਏਅਰ ਪੋਲਿਊਸ਼ਨ ਹੁੰਦੀ ਹੈ। ਔਰ ਤੁਸੀਂ ਕਈ ਥਾਵਾਂ ਤੇ ਦੇਖਿਆ ਹੋਏਗਾ ਕਿ ਲੋਕ ਕੂੜਾ ਸੁੱਟ ਦਿੰਦੇ ਨੇ, ਪਲਾਸਟਿਕ ਦੀਆਂ ਚੀਜ਼ਾਂ ਸੁੱਟ ਦਿੰਦੇ ਨੇ, ਉੱਥੇ ਐਨੀਮਲਸ ਖਾ ਲੈਂਦੇ ਨੇ, ਉਹਨਾਂ ਦਾ ਜਿਹੜੀ ਹੈ ਅੰਦਰ ਚਲੇ ਜਾਂਦੇ ਨੇ, ਜਿਨ੍ਹਾਂ ਦੇ ਕਰਕੇ ਉਹਨਾਂ ਦੀ ਇਵਨ ਡੈਥ ਵੀ ਹੋ ਜਾਂਦੀ ਹੈ। ਸੋ ਬੱਚੋ, ਸਾਨੂੰ ਪਲਾਸਟਿਕ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ। ਅਗਰ ਸਮਾਨ ਲੈਣ ਜਾਣਾ ਹੈ ਤਾਂ ਕਾਟਨ ਦਾ ਜਾਂ ਜੂਟ ਦਾ ਬੈਗ ਲੈ ਕੇ ਬਾਹਰ ਜਾਣਾ ਚਾਹੀਦਾ ਹੈ, ਉਹਦੇ ਵਿੱਚ ਆਪਣੀ ਹੀ ਸ਼ਾਪਿੰਗ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ
4R ਪ੍ਰਿੰਸੀਪਲ। ਹੁਣ ਤਾਂ 5R ਪ੍ਰਿੰਸੀਪਲ ਆ ਗਿਆ ਹੈ, ਜਿਹਨੂੰ ਆਪਾਂ ਕਹਿੰਦੇ ਆ ਰੀਡਿਊਸ, ਰੀਯੂਜ਼, ਰੀਸਾਈਕਲ ਐਂਡ ਰਿਕਵਰ। ਘੱਟ ਪਲਾਸਟਿਕ ਨੂੰ ਬਾਰ-ਬਾਰ ਯੂਜ਼, ਪਹਿਲੇ ਤਾਂ ਗੱਲ ਹੈ ਘੱਟ ਕਰੋ, ਫਿਰ ਅਗਰ ਕਰਨਾ ਹੈ ਤਾਂ ਉਹਨੂੰ ਦੁਬਾਰਾ ਯੂਜ਼ ਕਰੋ, ਰੀਸਾਈਕਲ ਕਰੋ ਔਰ ਰਿਕਵਰ ਕਰੋ। ਇਸ ਚੀਜ਼ਾਂ ਨੂੰ ਅਸੀਂ ਅਗਰ ਅਪਣਾਵਾਂਗੇ ਤਾਂ ਅਸੀਂ ਆਪਣਾ ਜਿਹੜਾ ਵਾਤਾਵਰਨ ਹੈ ਉਹ ਵੀ ਸਾਫ਼ ਰੱਖ ਸਕਾਂਗੇ। ਬੱਚਿਓ, ਇਹ ਕੁਝ ਜਿਹੜੀਆਂ ਕੀਵਰਡਸ ਹੈ ਇਹਨੂੰ ਆਪਾਂ ਸਲਾਈਡਸ ਦੀ ਹੈਲਪ ਦੇ ਨਾਲ ਪੜ੍ਹ ਲੈਂਦੇ ਹਾਂ। ਹਾਂਜੀ ਬੱਚਿਓ, ਲੈਸਨ ਖਤਮ ਹੋ ਗਿਆ ਹੈ। ਇੱਕ ਵਾਰੀ ਫੇਰ ਅਸੀਂ ਇਹਨੂੰ ਰਿਵਾਈਜ਼ ਕਰ ਲੈਂਦੇ ਹਾਂ ਕਿ ਨੈਚੁਰਲ ਫਾਈਬਰ ਜਿਹੜੇ ਨੇ ਉਹ ਸਾਨੂੰ ਕਿੱਥੋਂ ਮਿਲਦੇ ਨੇ? ਪਲਾਂਟ ਜਿਵੇਂ ਕਿ ਕਾਟਨ, ਔਰ ਐਨੀਮਲ ਜਿਵੇਂ ਵੂਲ ਫਰੋਮ ਸ਼ੀਪ। ਉਸ ਤੋਂ ਬਾਅਦ ਅਸੀਂ ਪੜ੍ਹਿਆ ਸਿੰਥੈਟਿਕ ਫਾਈਬਰਸ ਕਿਹੜੇ ਨੇ। ਸਿੰਥੈਟਿਕ ਫਾਈਬਰ ਬਾਰੇ ਪੜ੍ਹਿਆ ਰੇਯੋਨ, ਨਾਇਲਨ, ਪੋਲੀਐਸਟਰ, ਐਕ੍ਰੈਲਿਕ। ਪੋਲੀਐਸਟਰ ਦੀਆਂ ਅੱਗੋਂ ਦੋ ਫਾਰਮ ਪੜ੍ਹੀਆਂ ਨੇ, ਟੈਰਿਲੀਨ ਔਰ ਪੈਟ। ਰੇਯੋਨ ਬੱਚੋ, ਇਹਨਾਂ ਨੂੰ ਆਪਾਂ ਰੇਯੋਨ ਦੇ ਬਾਰੇ ਪੜ੍ਹਦੇ ਹਾਂ। ਰੇਯੋਨ ਜਿਹੜੇ ਨੂੰ ਆਪਾਂ ਆਰਟੀਫਿਸ਼ੀਅਲ ਸਿਲਕ ਵੀ ਕਹਿੰਦੇ ਆ। ਇਹ ਕਿੱਥੋਂ ਮਿਲ ਕੇ, ਕਿਹਦੇ ਨਾਲ ਮਿਲ ਕੇ ਬਣਦੀ ਹੈ? ਵੁੱਡ ਪਲਪ ਦੇ ਨਾਲ। ਔਰ ਇਹ ਕਿਉਂ ਅਸੀਂ ਇਹਦਾ ਇਸਤੇਮਾਲ ਜ਼ਿਆਦਾ ਕਰਦੇ ਹਾਂ? ਕਿਉਂਕਿ ਇਹ ਮੋਇਸਚਰ ਨੂੰ ਅਬਜ਼ੌਰਬ ਕਰ ਲੈਂਦੀ ਹੈ ਔਰ ਕੰਫਰਟੇਬਲ ਹੈ ਪਹਿਨਣ ਲਈ। ਨੈਕਸਟ ਬੱਚੋ ਨਾਇਲਨ। ਨਾਇਲਨ ਸੀਗਾ ਸਭ ਤੋਂ ਪਹਿਲਾ ਸਿੰਥੈਟਿਕ ਮੇਡ ਇੰਟਾਇਰਲੀ ਫਰੋਮ ਕੈਮੀਕਲਸ। ਫਸਟ ਸਿੰਥੈਟਿਕ ਫਾਈਬਰ ਹੈ ਜਿਹੜਾ ਕੈਮੀਕਲਸ ਤੋਂ ਬਣਿਆ ਹੈ ਔਰ ਇਹਦੇ ਵਿੱਚ ਕਿਹਦਾ ਇਸਤੇਮਾਲ ਹੁੰਦਾ ਹੈ? ਕੋਲ ਦਾ, ਪੈਟਰੋਲੀਅਮ ਆਇਲ ਦਾ ਤੇ 에ਅਰ ਵਾਟਰ ਦਾ। ਇਹਨੂੰ ਅਸੀਂ ਕਿਉਂ ਜ਼ਿਆਦਾ ਯੂਜ਼ ਕਰਦੇ ਹਾਂ? ਕਿਉਂਕਿ ਇਹ ਸਟਰੋਂਗ ਹੈ, ਇਲਾਸਟਿਕ ਹੈ, ਰਿੰਕਲ ਰੈਜ਼ਿਸਟੈਂਸ ਹੈ ਔਰ ਬਹੁਤ ਘੱਟ ਪਾਣੀ ਸੁੱਕਦਾ ਹੈ ਔਰ ਜਲਦੀ ਵਾਸ਼ ਹੋ ਜਾਂਦਾ ਹੈ। ਨੈਕਸਟ ਜਿਹੜੇ ਕਿਹੜੇ ਮੋਨੋਮਰਸ ਤੋਂ ਮਿਲ ਕੇ ਬਣਿਆ ਹੈ? ਐਸਟਰਸ ਤੋਂ। ਔਰ ਇਹਨੂੰ ਵੀ ਆਪਾਂ ਪੈਟਰੋਲੀਅਮ ਦੀ ਬਣਾਉਣ ਵਾਸਤੇ ਹੈਲਪ ਲੈਂਦੇ ਹਾਂ। ਔਰ ਇਸ ਕਿਉਂ ਇਸਤੇਮਾਲ ਕਰਦੇ हैं? स्ट्रॉन्ग है, केमिकल रेजिस्टेंस है, ड्यूरेबल है और ये वाटर ਨੂੰ ਅਬਜ਼ੌਰਬ ਨਹੀਂ ਕਰਦਾ ਔਰ ਜਲਦੀ ਸੁੱਕ ਜਾਂਦਾ ਹੈ। ਨੈਕਸਟ ਪੜਿਆ ਸੀ ਬੱਚਿਓ ਆਪਾਂ ਐਕ੍ਰੈਲਿਕ। ਐਕ੍ਰੈਲਿਕ ਬਾਰੇ ਪੜਿਆ ਕਿ ਇਹ ਲਾਈਟ ਵੇਟ ਹੈ, ਸੌਫਟ ਹੈ ਤੇ ਵਾਰਮ ਹੈ, ਜਿਸ ਤਰ੍ਹਾਂ ਵੂਲ ਹੈ। ਔਰ ਇਹ ਵੀ ਰਿੰਕਲ ਫ੍ਰੀ ਹੈ, ਸ਼ਰਿੰਕ ਨਹੀਂ ਕਰਦੀ ਔਰ ਵੂਲ ਤੋਂ ਸਸਤੀ ਮਿਲਦੀ ਹੈ। ਔਰ ਇਹਨਾਂ ਨੂੰ ਆਪਾਂ ਬਹੁਤ ਡਿਫਰੈਂਟ ਕਲਰ ਦੇ ਵਿੱਚ ਡਾਈ ਕਰ ਸਕਦੇ ਹਾਂ। नेक्स्ट पॉली कॉटन, पॉलीएस्टर और कॉटन। पॉली जो कॉटन नाल मिल के बनती है तो उन्होंने आप कहते पॉली कॉटन। और पॉलीएस्टर जो वूल दे नाल मिक्स होंगी है तो आप कहते पॉली वूल। ये की है? ड्यूरेबल है, ड्राइज क्विकली, लैस रिंकल और लैस फेडिंग। एडवांटेजेस आप पढ़ ले सिंथेटिक फाइबर्स दे की है, जोड़े हुन ऊपर पढ़े है कि ईजिली अवेलेबल है, श्रिंक नहीं करते, बहुत सारे कलर्स दे विच मिल जाते हैं, स्ट्रॉन्ग हुंदे ने, टफ हुंदे ने और ईजी टू मेनटेन है। पर इन्हां दे डिसएडवांटेजेस की है? डिसएडवांटेज की है क्योंकि ये मॉइस्चर अब्जॉर्ब नहीं करते ते गर्मियां दे विच नहीं पाए जाते क्योंकि पसीना बहुत आता है। दूसरा है कि ये फायर इन्हों जल्दी लग जाती है और इन्हों प्रेस करना भी औखा है। नैक्सट आप पढ़िया टाइप ऑफ प्लास्टिक। किन्नी तरह के ने? दो तरह के, थर्मोप्लास्टिक और थर्मोसैटिंग प्लास्टिक। थर्मोप्लास्टिक जिन्होंने आप जो जल्दी डिफॉर्म हो जाते हैं उन्होंने कहने हैं थर्मोप्लास्टिक, जिमें पॉलीथीन और PVC। और आप टॉयज ते कॉम्स दे विच इस्तेमाल करते हैं। थर्मोसैटिक प्लास्टिक जेड़े कि हीट करन दे मोल्ड नहीं हुंदे उन्होंने कहने हैं थर्मोप्लास्टिक, जिमें बैकेलाइट और मेलामाइन। ये पुअर कंडक्टर है इलैक्ट्रिसिटी दे, इस करके इन्हों आप स्विचेस और हैंडल दे विच इस्तेमाल करते हैं। और मेलामाइन का इस्तेमाल जेड़ा आप फ्लोरिंग टाइल्स दे विच और ईवन किचन वेयर दे विच इस्तेमाल करते हैं। नैक्सट प्लास्टिक नू आपां घट इस्तेमाल करना है। पहली गल है रिफ्यूज, फिर रिड्यूस, रीयूज, रीपर्पज एंड रीसाइकल। इस तरीके दे नाल ही आपां अपने इन्वायरमेंट नू बचा सकते हैं। हाँ जी बच्चों, नैक्सट आगे क्वेश्चन, वाई सम फाइबर्स आर कॉल्ड सिंथेटिक। क्यों कुछ फाइबर नू आपां सिंथेटिक फाइबर्स कहने हैं? क्योंकि
ਉਹ ਕੈਮੀਕਲਸ ਦੁਆਰਾ ਬਣੇ ਹੁੰਦੇ ਨੇ ਔਰ ਮੈਨ ਨੇ ਇਹਨਾਂ ਨੂੰ ਬਣਾਇਆ ਹੋਇਆ ਹੈ। ਇਹਨਾਂ ਦੀਆਂ ਐਗਜ਼ਾਮਪਲਸ ਨੇ ਰੇਯਨ, ਨਾਇਲਨ, ਪੋਲੀਐਸਟਰ, ਐਕ੍ਰੈਲਿਕ। ਨੈਕਸਟ ਪਿਕ ਦਾ ਕਰੈਕਟ ਆਂਸਰ। ਰੇਯਨ ਡਿਫਰੈਂਟ ਕਿਉਂ ਹੈ ਸਿੰਥੈਟਿਕ ਫਾਈਬਰਸ ਤੋਂ? ਕਿਉਂਕਿ ਇਹਦੇ ਵਿੱਚ ਆਪਾਂ ਕਿਹਦਾ ਇਸਤੇਮਾਲ ਕੀਤਾ ਹੈ? ਇਹਦੀ ਸਿਲਕ ਦੀ ਤਰ੍ਹਾਂ ਇੱਕ ਤਾਂ ਅਪੀਅਰੈਂਸ ਹੈ ਔਰ ਇਹ ਵੁੱਡ ਪਲਪ ਤੋਂ ਤਿਆਰ ਹੋਇਆ ਹੈ ਔਰ ਇਹ ਨੈਚੁਰਲ ਫਾਈਬਰਸ ਦਾ ਵੀ ਇਹਦੇ ਵਿੱਚ ਜਿਸ ਤਰ੍ਹਾਂ ਇਸਤੇਮਾਲ ਹੋਇਆ ਹੈ, ਕਿਉਂਕਿ ਅਸੀਂ ਕਾਟਨ ਦਾ ਇਹਦੇ ਵਿੱਚ ਇਸਤੇਮਾਲ ਕਰਕੇ ਬੈਡਸ਼ੀਟਸ ਬਣਾ ਦਿੰਦੇ ਹਾਂ ਔਰ ਵੂਲ ਦਾ ਇਸਤੇਮਾਲ ਕਰਕੇ ਇਹਦੇ ਕਾਰਪੇਟ ਬਣਾ ਦਿੰਦੇ ਹਾਂ। ਬਲੈਂਕ ਸਿੰਥੈਟਿਕ ਫਾਈਬਰਸ ਨੂੰ ਆਪਾਂ ਆਰਟੀਫੀਸ਼ੀਅਲ ਜਾਂ ਮੈਨਮੇਡ ਫਾਈਬਰਸ ਕਹਿੰਦੇ ਹਾਂ। ਸਿੰਥੈਟਿਕ ਫਾਈਬਰਸ ਰਾ ਮਟੀਰੀਅਲ ਇਹਨਾਂ ਵਿੱਚ ਕਿਹਦਾ ਇਸਤੇਮਾਲ ਹੁੰਦਾ ਹੈ? ਪੈਟਰੋਕੈਮੀਕਲ ਦਾ। ਸੋ ਜਿਸ ਤਰ੍ਹਾਂ ਲਾਈਕ ਸਿੰਥੈਟਿਕ ਫਾਈਬਰ ਪਲਾਸਟਿਕ ਇਜ਼ ਆਲਸੋ ਏ ਪੋਲੀਮਰ। ਗਿਵ ਐਗਜ਼ਾਮਪਲ ਵਿਚ ਇੰਡੀਕੇਟ ਨਾਇਲਨ ਫਾਈਬਰ ਆਰ ਵੈਰੀ ਸਟਰੋਂਗ। ਦੱਸਿਆ ਕਿ ਨਾਇਲਨ ਫਾਈਬਰ ਨੂੰ ਆਪਾਂ ਕਿੱਥੇ ਇਸਤੇਮਾਲ ਕਰਦੇ ਹਾਂ? ਰੌਕਸ ਤੇ ਇਸਤੇਮਾਲ ਕਰਦੇ ਹਾਂ ਚੜ੍ਹਨ ਲਈ, ਉਹਦੀਆਂ ਰੌਕਸ ਦਾ ਔਰ ਪੈਰਾਸ਼ੂਟ ਦਾ ਵਿੱਚ ਇਸਤੇਮਾਲ ਕਰਦੇ ਹਾਂ। क्यों ਅਸੀਂ क्वेश्चन है वाई प्लास्टिक कंटेनर्स आर फेवरेट फॉर स्टोरिंग फूड? क्यों प्लास्टिक कंटेनर ਦਾ ਆਪਾਂ फूड ਨੂੰ स्टोर ਕਰਨ ਵਾਸਤੇ इस्तेमाल करते हैं? क्योंकि ये लाइट वेट है, लोअर प्राइस है और गुड स्ट्रेंथ है और इनू ईजी हैंडल करना, ईजी हैंडलिंग हो जाती है। ਹੁਣ ਥਰਮੋਪਲਾਸਟਿਕ ਤੇ ਥਰਮੋਸੈਟਿੰਗ ਪਲਾਸਟਿਕ ਬਾਰੇ ਮੈਂ ਪਹਿਲੇ ਦੱਸ ਹੀ ਦਿੱਤਾ ਹੈ। ਨੈਕਸਟ ਕਿਉਂ ਆਪਾਂ ਥਰਮੋਸੈਟਿੰਗ ਪਲਾਸਟਿਕ ਦੇ ਜਿਹੜੇ ਸੌਸਪੈਨ ਹੈਂਡਲ ਬਣਾਉਂਦੇ ਆ ਔਰ ਇਲੈਕਟ੍ਰਿਕ ਪਲੱਗ ਬੋਰਡਸ ਬਣਾਉਂਦੇ ਆ? ਕਿਉਂਕਿ ਸੌਸਪੈਨ ਹੈਂਡਲ ਇਸ ਕਰਕੇ ਬਣਾਉਂਦੇ ਹਾਂ ਕਿਉਂਕਿ ਇਹ ਜਿਹੜੇ ਹੀਟ ਰੈਜ਼ਿਸਟੈਂਸ ਹੈ ਇਹਨਾਂ ਤੇ ਜਿਹੜੀ ਹੈ ਹੀਟ ਹੈ, ਪੂਅਰ ਕੰਡਕਟਰ ਆਫ ਹੀਟ ਹੈ ਔਰ ਸਾਨੂੰ ਗਰਮ ਜਿਹੜੇ ਹੈ ਸੌਸਪੈਨ ਦੇ ਹੈਂਡਲ ਲੱਗਦੇ ਨਹੀਂ ਹੈ। ਔਰ ਸਵਿਚਸ ਵਾਸਤੇ ਇਸ ਲਈ ਇਸਤੇਮਾਲ ਕਰਦੇ ਹਾਂ ਕਿਉਂਕਿ ਇਲੈਕਟ੍ਰਿਸਿਟੀ ਦੇ ਨਾਲ ਉਹ ਜਿਹੜੇ ਹੈ ਗਰਮ ਨਹੀਂ ਹੁੰਦੇ। ਇਹ ਬੱਚਿਓ ਕੁਝ ਕੁਐਸਚਨ ਹੈ ਕਿਹੜੇ ਕਿਹੜੇ ਪ੍ਰੋਡਕਟਸ ਹੈ ਜਿਨ੍ਹਾਂ ਨੂੰ ਆਪਾਂ ਰੀਸਾਈਕਲ ਕਰ ਸਕਦੇ ਹਾਂ ਤੇ ਕਈਆਂ ਨੂੰ ਰੀਸਾਈਕਲ ਨਹੀਂ ਕਰ ਸਕਦੇ। ਕਿਹੜੇ ਰੀਸਾਈਕਲ ਨਹੀਂ ਹੋ ਸਕਦੇ? ਟੈਲੀਫੋਨ ਇੰਸਟਰੂਮੈਂਟ ਹੋ ਗਏ, ਕੁੱਕਰ ਦਾ ਹੈਂਡਲ ਹੋ ਗਏ, ਇਲੈਕਟ੍ਰਿਕ ਸਵਿਚ ਹੋ ਗਏ। ਤੇ ਰੀਸਾਈਕਲ ਕਿਹੜੇ ਹੋ ਸਕਦੇ ਨੇ? ਪਲਾਸਟਿਕ ਦੇ ਟॉयਜ਼, ਚੇਅਰ, ਕੈਰੀ ਬੈਗ, plastic covering on electric wires, ballpoint pen and plastic balls. Next question है Rana want to buy shirt for summer. He should buy cotton shirt or synthetic. बच्चों राणा केड़े कपड़े केड़ी शर्ट लेगा? कॉटन दी के सिंथेटिक दी? दसिया सी सिंथेटिक जेड़े कपड़े है वो एब्जॉर्ब नहीं करते पानी नू, इस करके सानू सिंथेटिक फाइबर नहीं इस्तेमाल करना चाहिए। किहड़ा इस्तेमाल करना चाहिए? गर्मियों वास्ते कॉटन का इस्तेमाल करना चाहिए है। Give example to show that plastic are non-corrosive in nature. बच्चों दसिया क्योंकि अगर असी जिवें घरां दे विच अचार रखते हाँ, अगर असी अचार नू आपां किसी स्टील के बर्तन दे विच रख दिंदे आ तां ओह खराब हो जाएगा, पर प्लास्टिक जिहड़े है ओह पानी नाल और हवा दे नाल क्रिया नहीं करते, इस करके ओह खराब नहीं होंगे। सो आपां चीज़ां नू स्टोर करने वास्ते किहदा इस्तेमाल करते हैं? प्लास्टिक का। Should the handle and the bristle of toothbrush be made of the same material? हैंडल और ब्रिसल सेम मटीरियल दे नहीं बने होंगे क्योंकि हैंडल जड़ा वो हार्ड होंदा, स्ट्रॉन्ग होंदा, जबकि ब्रिसल जड़े ने वो सॉफ्ट ते फ्लैक्सीबल होंदे ने। अवॉइड प्लास्टिक फार एज पॉसिबल। कमेंट ऑन दिस एडवाइस। बच्चों मैं दसिया सीगा कि प्लास्टिक जड़े ने नॉन बायोडिग्रेडेबल ने और सेवरल ईयर्स काफ़ी साल जड़े आ डिकम्पोज नहीं होंगे, जिदे करके वो की करते हैं इन्वायरमेंट पोल्यूशन करते हैं और जे पे रहन कूड़े के ढेर दे विच तां जानवर खा के उन्हां दी मौत हो जाती है। नैक्सट है मैच पॉलीएस्टर।
Polyester fabric do not wrinkle easily. Teflon used to make non-stick cookware. Rayon कित्थों तैयार होंदा है? वुड पल्प तो। नायलन का आप इस्तेमाल कितने करते हैं? पैराशूट और स्टॉकिंग दे विच। नेक्स्ट है मैन्युफैक्चरिंग सिंथेटिक फाइबर इज एक्चुअली हेल्पिंग कंजर्वेशन ऑफ फॉरेस्ट। कमेंट रॉ मटीरियल ਇਹਦੇ ਵਿੱਚ ਕੁਐਸਚਨ ਪੁੱਛਿਆ ਬੱਚਿਓ ਕਿ ਜਿਹੜੇ ਅਸੀਂ ਸਿੰਥੈਟਿਕ ਫਾਈਬਰਸ ਬਣਾ ਰਹੇ ਹਾਂ ਕਿ ਇਹ ਜੰਗਲ ਨੂੰ ਬਚਾਉਣ ਲਈ ਐਕਚੁਅਲ ਦੇ ਵਿੱਚ ਹੈਲਪ ਕਰ ਰਹੇ ਨੇ। ਆਨਸਰ ਹੈ ਬੱਚਿਓ ਰॉ ਮਟੀਰੀਅਲ ਜਿਹੜਾ ਅਸੀਂ ਨੈਚੁਰਲ ਫਾਈਬਰਸ ਡਰਾਈਵ ਕਰਦੇ ਹਾਂ ਪਲਾਂਟਸ ਤੋਂ ਔਰ ਉਹਦੇ ਨਾਲ ਆਪਾਂ ਕੀ ਕਰਦੇ ਹਾਂ ਬਹੁਤ ਸਾਰੇ ਪੇੜ ਕੱਟ ਦਿੰਦੇ ਆ। ਬਹੁਤ ਸਾਰੇ ਪੇੜ ਕੱਟਣ ਦੇ ਨਾਲ ਕੀ ਹੋ ਜਾਂਦੀ ਹੈ ਡੀਫੋਰੈਸਟੇਸ਼ਨ। ਪਰ ਜਦੋਂ ਆਪਾਂ ਸਿੰਥੈਟਿਕ ਮਟੀਰੀਅਲ ਦਾ इस्तेमाल ਉਹਦੇ ਵਿੱਚ ਪੈਟਰੋਕੈਮੀਕਲਸ ਦਾ ਹੁੰਦਾ ਹੈ ਉਹ ਜਿਹੜੀ ਸਾਨੂੰ ਹੈ ਹੈਲਪ ਕਰ ਰਹੇ ਨੇ ਫੋਰੈਸਟ ਨੂੰ ਬਚਾਉਣ ਵਾਸਤੇ। ਨੈਕਸਟ ਇੱਕ ਐਕਟੀਵਿਟੀ ਦੱਸਣੀ ਹੈ ਕਿ ਥਰਮੋਪਲਾਸਟਿਕ ਇਜ਼ ਅ ਪੂਅਰ ਕੰਡਕਟਰ ਆਫ ਇਲੈਕਟ੍ਰਿਸਿਟੀ।